ਅੱਜ मैं ਤੁਹਾਨੂੰ ਦੱਸਣ ਜਾ ਰਿਹਾ ਕਿਵੇਂ ਸਿਸਟਮ ਵੱਲੋਂ ਤਿਆਰ ਕੀਤਾ ਹੋਇਆ ਇੱਕ ਇਨਸਾਨ ਸਿਸਟਮ ਨੂੰ ਹੀ ਹਿਲਾ ਕੇ ਰੱਖ ਦਿੰਦਾ ਹੈ। ਅਸੀਂ ਕਿਸੇ ਤਰ੍ਹਾਂ ਦੇ ਅਪਰਾਧ ਨੂੰ ਜਸਟੀਫਾਈ ਨਹੀਂ ਕਰ ਰਹੇ। ਤੁਹਾਨੂੰ ਦੱਸਦੇ ਹਾਂ ਚੰਦਨ ਅਤੇ ਹਾਥੀ ਦੰਦ ਦੇ ਅੱਜ ਤੱਕ ਦੇ ਇੰਡੀਆ ਦੇ ਸਭ ਤੋਂ ਵੱਡੇ ਸਮਗਲਰ ਬ੍ਰਹਪਨ ਦੇ ਜਨਮ ਤੋਂ ਲੈ ਕੇ ਇਨਕਾਊਂਟਰ ਤੱਕ ਦੀ ਕਹਾਣੀ। ਸੋ ਜੁੜੇ ਰਹੋ ਮੇਰੇ ਨਾਲ। ਮੈਂ ਹਾਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਜਿਓ ਟੀਵੀ। जेकर साडे YouTube चैनल से पहली बार आए हो तो इसको सब्सक्राइब करना ना भूलना, क्योंकि मैं इदा नॉलेज वाली वीडियो अपलोड करता रहना हाँ। बृहपन का जन्म 18 जनवरी 1952 ਨੂੰ ਕਰਨਾਟਕਾ ਜ਼ਿਲ੍ਹੇ ਦੇ ਗੋਪੀਨਾਥ ਥੰਮ ਨਾਮ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਚਾਰਵਾਹੇ ਪਰਿਵਾਰ ਦੇ ਵਿੱਚ ਹੋਇਆ, ਜਿਹੜਾ ਕਿ ਤਾਮਿਲਨਾਡੂ ਦੀ ਸੀਮਾ ਦੇ ਨਾਲ ਲੱਗਦਾ ਇੱਕ ਜੰਗਲੀ ਇਲਾਕਾ ਸੀ। ਬ੍ਰਹਪਨ 8 ਸਾਲ ਦੀ ਉਮਰ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਸ਼ਿਕਾਰ ਕਰਨ ਵਾਲੇ ਗਰੋਹ ਦਾ ਮੈਂਬਰ ਬਣ ਗਿਆ। ਅਗਲੇ ਕੁਝ ਸਾਲਾਂ ਤੱਕ ਉਸਨੇ ਆਪਣੇ ਵਿਰੋਧੀ ਗੈਂਗ ਦਾ ਖਾਤਮਾ ਕਰ ਦਿੱਤਾ ਤੇ ਪੂਰੇ ਜੰਗਲ ਦੇ ਕਾਰੋਬਾਰ ਨੂੰ ਆਪਣੇ ਹੱਥ ਵਿੱਚ ਕਰ ਲਿਆ। ਬ੍ਰਹਪਨ ਦਾ ਪੂਰਾ ਨਾਮ ਪੂਜਮਨੀ ਸਵਾਮੀ ਬ੍ਰਹਪਨ ਸੀ। ਬ੍ਰਹਪਨ ਦੇ ਪਿੰਡ ਦੇ ਲੋਕਾਂ ਦੇ ਅਨੁਸਾਰ ਬ੍ਰਹਪਨ ਪਹਿਲਾਂ ਇੱਕ ਸਧਾਰਨ ਅਤੇ ਗਰੀਬ ਪਰਿਵਾਰ ਦਾ ਲੜਕਾ ਸੀ। ਉਹਨਾਂ ਦੇ ਮੁਤਾਬਕ ਪਹਿਲਾਂ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੇ ਹੀ ਉਸ ਨੂੰ ਸਮਗਲਿੰਗ ਕਰਨ ਲਈ ਉਤਸ਼ਾਹਿਤ ਕੀਤਾ ਸੀ, ਤਾਂ ਕਿ ਥੋੜੀ ਬਹੁਤੀ ਮਲਾਈ ਉਹ ਲੋਕ ਵੀ ਚੱਟ ਸਕਣ। ਤੇ ਫਿਰ ਜਦੋਂ ਬ੍ਰਹਪਨ ਚੰਗੇ ਲੈਵਲ ਤੇ ਇਹ ਕੰਮ ਕਰਨ ਲੱਗਾ ਤਾਂ ਉਹੀ ਅਧਿਕਾਰੀ ਇਸ ਨੂੰ ਮਾਰਨ ਦੀਆਂ ਸਕੀਮਾਂ ਬਣਾਉਣ ਲੱਗੇ ਤੇ ਫਿਰ ਬ੍ਰਹਪਨ ਜੰਗਲ ਦੇ ਵਿੱਚ ਭੱਜ ਗਿਆ। ਤੇ ਜੋ ਬ੍ਰਹਪਨ ਦੇ ਪਿੰਡ ਵਾਲੇ ਸਨ ਉਸ ਦੀ ਬਹੁਤ ਇੱਜ਼ਤ ਕਰਦੇ ਸਨ। ਉਹਨਾਂ ਦਾ ਕਹਿਣਾ ਹੈ ਕਿ ਬ੍ਰਹਪਨ ਨੇ ਅੱਜ ਤੱਕ ਕਦੇ ਵੀ ਸਾਨੂੰ ਕਿਸੇ ਵੀ ਤਰ੍ਹਾਂ ਨਾਲ ਤੰਗ ਨਹੀਂ ਕੀਤਾ ਸੀ। ਹੁਣ ਤੁਹਾਨੂੰ ਦੱਸਦੇ ਹਾਂ ਬ੍ਰਹਪਨ ਦਾ ਜੰਗਲੀ ਜੀਵਨ ਕਿਹੋ ਜਿਹਾ ਸੀ। ਉਸਨੇ ਉੱਥੇ ਕਿਸ ਵੱਡੇ ਪੱਧਰ ਤੇ ਸਮਗਲਿੰਗ ਕੀਤੀ। ਬ੍ਰਹਪਨ ਨੇ 10 ਸਾਲ ਦੀ ਉਮਰ ਵਿੱਚ ਹੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਦੀ ਉਮਰ ਦੇ ਵਿੱਚ ਬ੍ਰਹਪਨ ਨੇ ਪਹਿਲਾ ਜੁਰਮ ਕੀਤਾ। ਉਸਨੇ ਆਪਣੇ ਗੁਰੂ ਸੇਵੀ ਗੋਂਡਰ ਦੇ ਨਾਲ ਮਿਲ ਕੇ ਇੱਕ ਹੋਰ ਤਸਕਰ ਵਿਰਾਇਆ ਨੂੰ ਮਾਰ ਦਿੱਤਾ, ਜਿਹੜਾ ਕਿ ਉਸਦਾ ਕੰਪੀਟੀਟਰ ਸੀ। ਜਦੋਂ ਇਸ ਗੱਲ ਦਾ ਜੰਗਲਾਤ ਮਹਿਕਮੇ ਦੇ 3 ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਬ੍ਰਹਪਨ ਨੇ ਉਹ 3 ਅਧਿਕਾਰੀ ਵੀ ਮਾਰ ਦਿੱਤੇ ਤਾਂ ਕਿ ਇਹ ਖਬਰ ਕਿਤੇ ਲੀਕ ਨਾ ਹੋ ਸਕੇ। ਹੁਣ ਆ ਗਿਆ ਜੀ ਸਾਲ 1970, ਜਦੋਂ ਕਿ ਬ੍ਰਹਪਨ ਇੱਕ ਸ਼ਿਕਾਰੀਆਂ ਦੇ ਗਰੋਹ ਦੇ ਵਿੱਚ ਸ਼ਾਮਲ ਹੋ ਗਿਆ ਤੇ ਹੁਣ ਸਭ ਕੁਝ ਵਿਉਂਤਬੱਧ ਤਰੀਕੇ ਨਾਲ ਹੋਣ ਲੱਗਿਆ। ਪਰ ਇਹ ਸਭ ਕੁਝ ਇੰਨਾ ਸੌਖਾ ਨਹੀਂ ਸੀ ਤੇ ਇਸ ਤੋਂ 2 ਸਾਲ ਬਾਅਦ ਹੀ ਪਹਿਲੀ ਵਾਰ ਬ੍ਰਹਪਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਹ ਪੁਲਿਸ ਦੇ ਨਾਲ ਲੁਕਣ ਮਿਚੀ ਖੇਲਦਾ ਰਿਹਾ। ਤੇ ਸਮੇਂ ਦੇ ਨਾਲ ਨਾਲ ਹੀ ਬ੍ਰਹਪਨ ਇੱਕ ਚੰਦਨ ਦੀ ਲੱਕੜੀ ਅਤੇ ਹਾਥੀ ਦੰਦ ਦੇ ਕਾਲੇ ਕਾਰੋਬਾਰ ਦੇ ਵਿੱਚ ਇੱਕ ਮਾਹਰ ਖਿਡਾਰੀ ਬਣ ਗਿਆ। ਹਾਥੀ ਦੰਦ ਲਈ ਹਾਥੀ ਨੂੰ ਮਾਰਨਾ ਉਸਦੇ ਲਈ ਖੱਬੇ ਹੱਥ ਦਾ ਕੰਮ ਬਣ ਗਿਆ ਸੀ। ਉਸਦੇ ਕੰਮ ਵਿੱਚ ਜੋ ਵੀ ਢਿੱਕਾ ਬਣਦਾ ਸੀ, ਜਿਵੇਂ ਪੁਲਿਸ ਅਧਿਕਾਰੀ, ਜੰਗਲਾਤ ਮਹਿਕਮੇ ਦੇ ਅਧਿਕਾਰੀ ਜਾਂ ਆਮ ਲੋਕ, ਹਰ ਇੱਕ ਨੂੰ ਮਾਰ ਦਿੰਦਾ ਸੀ। 27 ਅਗਸਤ 1983 ਨੂੰ ਚੰਦਨ ਦੀ ਲੱਕੜੀ ਅਤੇ ਹਾਥੀ ਦੰਦ ਦੀ ਤਸਕਰੀ ਤੋਂ ਉਸ ਨੂੰ ਰੋਕਣ ਵਾਲੇ ਪੁਲਿਸ ਅਧਿਕਾਰੀ ਨੂੰ ਤਾਂ ਬ੍ਰਹਪਨ ਨੇ ਮਾਰਿਆ ਹੀ, ਨਾਲ ਹੀ ਉਸਦੇ ਸਹਿਯੋਗੀਆਂ ਨੂੰ ਵੀ ਮਾਰ ਦਿੱਤਾ। 1986 ਨੂੰ ਜਦੋਂ ਇੱਕ ਵਾਰ ਫਿਰ ਉਹ ਪੁਲਿਸ ਦੇ ਹੱਥੇ ਚੜ ਗਿਆ ਤਾਂ ਪੁਲਿਸ ਨੇ ਉਸ ਨੂੰ ਜੰਗਲਾਤ ਮਹਿਕਮੇ ਦੇ ਇੱਕ ਗੈਸਟ ਹਾਊਸ ਦੇ ਵਿੱਚ ਰੱਖਿਆ ਤਾਂ ਉਹ ਬਹੁਤ ਹੀ ਉੱਥੋਂ ਰਹੱਸਮਈ ਤਰੀਕੇ ਨਾਲ ਉੱਥੋਂ ਵੀ ਭੱਜ ਗਿਆ। ਤੇ ਹੁਣ ਉਹ ਟਾਈਮ ਆ ਗਿਆ ਸੀ ਜਦੋਂ ਜੰਗਲ ਨੂੰ ਬ੍ਰਹਪਨ ਤੋਂ ਜ਼ਿਆਦਾ ਕੋਈ ਵੀ ਨਹੀਂ ਜਾਣਦਾ ਸੀ ਤੇ ਇਸ ਟਾਈਮ ਹੀ ਬ੍ਰਹਪਨ ਦੀ ਹਿੰਮਤ 7ਵੇਂ ਅਸਮਾਨ ਨੂੰ ਛੂਹ ਰਹੀ ਸੀ। ਸਾਲ 1987 ਦੇ ਵਿੱਚ ਤਾਮਿਲਨਾਡੂ ਦੇ ਜੰਗਲਾਤ ਮਹਿਕਮੇ ਦੇ ਅਧਿਕਾਰੀ ਚੰਦਰਵਨ ਨੂੰ ਪਹਿਲਾਂ ਬ੍ਰਹਪਨ ਨੇ ਅਗਵਾ ਕੀਤਾ ਤੇ ਉਸ ਤੋਂ ਬਾਅਦ ਉਸ ਨੂੰ ਮਾਰ ਦਿੱਤਾ। ਇਹ ਉਹ ਪਹਿਲੀ ਘਟਨਾ ਸੀ ਜਦੋਂ ਇੰਡੀਆ ਦੀ ਸਰਕਾਰ ਦਾ ਧਿਆਨ ਉਸ ਦੇ ਵੱਲ ਗਿਆ। 9 ਅਪ੍ਰੈਲ 1990 ਨੂੰ ਉਸਨੇ 3 ਪੁਲਿਸ ਅਫਸਰਾਂ ਨੂੰ ਮਾਰ ਦਿੱਤਾ, ਜਿਸ ਦੀ ਵਜ੍ਹਾ ਨਾਲ ਕਰਨਾਟਕਾ ਸਰਕਾਰ ਅਤੇ ਤਾਮਿਲਨਾਡੂ ਸਰਕਾਰ ਹਰਕਤ ਦੇ ਵਿੱਚ ਆਈਆਂ ਤੇ ਦੋਨੇ ਸਰਕਾਰਾਂ ਨੇ ਮਿਲ ਕੇ ਬ੍ਰਹਪਨ ਨੂੰ ਲੱਭਣ ਲਈ ਇੱਕ ਸਪੈਸ਼ਲ ਟਾਸਕ ਫੋਰਸ ਭੇਜੀ। 1991 ਦੇ ਵਿੱਚ ਸੀਨੀਅਰ IFS ਅਫਸਰ ਪਾਂਦੀ ਪੱਲੀ ਨੂੰ ਬ੍ਰਹਪਨ ਨੇ ਅਗਵਾ ਕਰਕੇ ਉਸ ਨੂੰ ਮਾਰ ਦਿੱਤਾ ਤੇ ਉਸ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ, ਕਿਉਂਕਿ ਉਹ ਉਸ ਦੇ ਕੰਮ ਦੇ ਵਿੱਚ ਰੁਕਾਵਟ ਪਾ ਰਿਹਾ ਸੀ। ਬ੍ਰਹਪਨ ਨੇ ਹਾਥੀ ਦੰਦ ਦੇ ਲਈ 2000 ਹਾਥੀਆਂ ਨੂੰ ਮਾਰ ਦਿੱਤਾ ਸੀ। ਸਾਲ 1991 ਦੇ ਵਿੱਚ ਬ੍ਰਹਪਨ ਨੇ ਗ੍ਰੇਨਾਈਟ ਖਦਾਨ ਦੇ ਇੱਕ ਮਾਲਕ ਦੇ ਲੜਕੇ ਨੂੰ ਅਗਵਾ ਕਰ ਲਿਆ ਤੇ ਉਸ ਦੀ ਫਰੌਤੀ 1 ਕਰੋੜ ਰੁਪਇਆ ਮੰਗੀ ਤੇ ਬਾਅਦ ਦੇ ਵਿੱਚ ਉਸ ਨੂੰ ਸਿਰਫ 15 ਲੱਖ ਦੇ ਵਿੱਚ ਛੱਡ ਦਿੱਤਾ। 1992 ਦੇ ਵਿੱਚ ਬ੍ਰਹਪਨ ਨੇ ਰਾਮਪੁਰਾ ਪੁਲਿਸ ਸਟੇਸ਼ਨ ਤੇ ਹਮਲਾ ਕਰ ਦਿੱਤਾ ਤੇ 4 ਪੁਲਿਸ ਵਾਲਿਆਂ ਨੂੰ ਮਾਰ ਦਿੱਤਾ ਤੇ 2 ਹੋਰ ਲੋਕਾਂ ਨੂੰ ਮਾਰ ਕੇ ਉਹ ਪੁਲਿਸ ਦਾ ਸਾਰਾ ਅਸਲਾ ਬਰੂਦ ਲੈ ਕੇ ਜੰਗਲ ਵੱਲ ਭੱਜ ਗਿਆ। ਇਸ ਹਮਲੇ ਦੇ ਵਿੱਚ ਬ੍ਰਹਪਨ ਦੀ ਟੋਲੀ ਦੇ 2 ਮੈਂਬਰ ਵੀ ਮਾਰੇ ਗਏ ਸਨ। ਇਸ ਤਰ੍ਹਾਂ ਹੀ 1992 ਦੇ ਵਿੱਚ ਬ੍ਰਹਪਨ ਨੇ ਮੈਸੂਰ ਜ਼ਿਲ੍ਹੇ ਦੇ SP ਹਰੀ ਕ੍ਰਿਸ਼ਨ ਅਤੇ ਸ਼ਕੀਲ ਮੁਹੰਮਦ ਸਮੇਤ 4 ਕਾਂਸਟੇਬਲਾਂ ਨੂੰ ਵੀ ਮਾਰ ਦਿੱਤਾ। ਹੁਣ ਆਉਂਦਾ ਹੈ ਜੀ ਸਾਲ 1993, ਜਿਸ ਨੇ ਬ੍ਰਹਪਨ ਨੂੰ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਕਰ ਦਿੱਤਾ। ਸਾਲ 1993 ਬ੍ਰਹਪਨ ਦੀ ਜ਼ਿੰਦਗੀ ਦਾ ਸਭ ਤੋਂ ਰੋਮਾਂਚਕਾਰੀ ਸਾਲ ਰਿਹਾ। ਇਸ ਸਾਲ ਹੀ ਬ੍ਰਹਪਨ ਦਾ ਤਾਮਿਲਨਾਡੂ ਪੁਲਿਸ ਦੇ ਇੱਕ ਅਫਸਰ ਰੈਂਬੋ ਗੋਪਾਲ ਕ੍ਰਿਸ਼ਨ ਦੇ ਨਾਲ ਇੱਕ ਨਜ਼ਦੀਕੀ ਮੁਕਾਬਲਾ ਹੋਇਆ, ਜਿਸ ਦੇ ਵਿੱਚ ਬ੍ਰਹਪਨ ਬਾਲ-ਬਾਲ ਬਚ ਗਿਆ। ਫਿਰ ਇਸ ਸਾਲ BSF ਦੇ ਜਵਾਨਾਂ ਨੇ ਇਸ ਮਿਸ਼ਨ ਨੂੰ ਅੰਜਾਮ ਦਿੱਤਾ, ਪਰ ਇਸ ਮਿਸ਼ਨ ਦੇ ਵਿੱਚ ਉਹਨਾਂ ਲਈ ਸਭ ਤੋਂ ਜੋ ਵੱਡੀ ਪ੍ਰੋਬਲਮ ਬਣ ਕੇ ਸਾਹਮਣੇ ਆਈ ਉਹ ਸੀਗੀ ਭਾਸ਼ਾ ਦੀ ਪ੍ਰੋਬਲਮ, ਤੇ ਜਿਸ ਕਾਰਨ ਇਹ ਆਪਰੇਸ਼ਨ ਪੂਰੀ ਤਰ੍ਹਾਂ ਨਾਲ ਫੇਲ ਹੋ ਗਿਆ ਤੇ ਇਸ ਦੇ ਵਿੱਚ BSF ਦੇ 20 ਜਵਾਨ ਮਾਰੇ ਗਏ। ਤੇ ਉਹੀ ਸਾਲ ਬ੍ਰਹਪਨ ਨੇ ਜਾਲ ਵਿਛਾਇਆ, ਜਿਸ ਦੇ ਵਿੱਚ ਜੰਗਲਾਤ ਮਹਿਕਮਾ, ਪੁਲਿਸ ਅਧਿਕਾਰੀਆਂ ਤੇ ਆਮ ਲੋਕਾਂ ਦੇ ਨਾਲ ਭਰੀ ਹੋਈ ਇੱਕ ਬੱਸ ਨੂੰ ਉਸਨੇ ਬੰਬ ਲਗਾ ਕੇ ਉਡਾ ਦਿੱਤਾ। ਇਸ ਘਟਨਾ ਨੂੰ ਪਲਾਟ ਬਲਾਸਟ ਕਹਿੰਦੇ ਨੇ। ਇਸ ਘਟਨਾ ਦੇ ਵਿੱਚ 22 ਨਾਗਰਿਕਾਂ ਤੇ ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ। ਸਾਲ 1993 ਦੇ ਵਿੱਚ ਬ੍ਰਹਪਨ ਨੇ STF ਦੇ 4 ਪੁਲਿਸ ਅਧਿਕਾਰੀਆਂ ਨੂੰ ਮਾਰ ਦਿੱਤਾ। ਇਸ ਤੋਂ ਬਾਅਦ BSF ਅਤੇ STF ਵੱਲੋਂ ਇੱਕ ਸਾਂਝਾ ਆਪਰੇਸ਼ਨ ਕੀਤਾ ਗਿਆ, ਜਿਸ ਦੇ ਵਿੱਚ ਬ੍ਰਹਪਨ ਦੇ ਗਰੋਹ ਦੇ 6 ਮੈਂਬਰ ਮਾਰੇ ਗਏ ਤੇ 9 ਮੈਂਬਰ ਗ੍ਰਿਫਤਾਰ ਕੀਤੇ ਗਏ। ਤੇ ਹੁਣ ਗੁੱਸੇ ਦੇ ਨਾਲ ਭਰੇ ਹੋਏ ਬ੍ਰਹਪਨ ਨੇ ਸਾਲ 1994 ਦੇ ਵਿੱਚ ਕੋਇੰਬਟੂਰ ਦੇ ਪੁਲਿਸ ਅਫਸਰ ਚਿਤਰੰਬਰ ਮੰਥਮ ਸਮੇਤ 2 ਲੋਕਾਂ ਨੂੰ ਅਗਵਾ ਕਰ ਲਿਆ ਤੇ ਉਸ ਤੋਂ ਬਾਅਦ ਉਸਨੇ
ਤਾਮਿਲਨਾਡੂ ਜੰਗਲਾਤ ਮਹਿਕਮੇ ਦੇ 3 ਅਧਿਕਾਰੀਆਂ ਨੂੰ ਅਗਵਾ ਕਰ ਲਿਆ ਤੇ 1996 ਦੇ ਵਿੱਚ ਉਸਨੇ ਇੱਕ ਪੁਲਿਸ ਇਨਫਾਰਮਰ ਸਮੇਤ 19 ਪੁਲਿਸ ਵਾਲਿਆਂ ਨੂੰ ਮਾਰ ਦਿੱਤਾ। ਹੁਣ ਆਉਂਦਾ ਹੈ ਜੀ ਸਾਲ 1997, ਜਿਸ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟਦੀਆਂ ਨੇ। ਇਹੀ ਸਾਲ ਉਸ ਦੀ ਗੈਂਗ ਨੇ 2 ਪੁਲਿਸ ਅਧਿਕਾਰੀਆਂ ਦੇ ਭੁਲੇਖੇ ਵਿੱਚ 2 ਵਾਈਲਡ ਲਾਈਫ ਫੋਟੋਗ੍ਰਾਫਰਾਂ ਨੂੰ ਅਗਵਾ ਕਰ ਲਿਆ ਤੇ ਇਹ ਦੋਨੇ ਫੋਟੋਗ੍ਰਾਫਰ ਉਸ ਦੇ ਨਾਲ 11 ਦਿਨ ਤੱਕ ਰਹੇ ਤੇ ਫਿਰ ਬਰੱਪਨ ਨੇ ਉਹਨਾਂ ਨੂੰ ਕੋਈ ਬਿਨਾਂ ਨੁਕਸਾਨ ਪਹੁੰਚਾਏ ਛੱਡ ਦਿੱਤਾ। ਬਰੱਪਨ ਦੇ ਚੁੰਗਲ ਤੋਂ ਛੁੱਟਣ ਤੋਂ ਬਾਅਦ ਕਈ ਗੱਲਾਂ ਇਹਨਾਂ ਫੋਟੋਗ੍ਰਾਫਰਾਂ ਨੇ ਬਰੱਪਨ ਬਾਰੇ ਆ ਕੇ ਦੱਸੀਆਂ। ਉਹਨਾਂ ਨੇ ਦੱਸਿਆ ਕਿ ਬਰੱਪਨ ਹਾਥੀਆਂ ਨੂੰ ਲੈ ਕੇ ਬਹੁਤ ਜ਼ਿਆਦਾ ਇਮੋਸ਼ਨਲ ਹੈ ਤੇ ਉਸਨੇ ਕਿਹਾ ਸੀ ਕਿ ਜੋ ਕੁਝ ਵੀ ਜੰਗਲ ਦੇ ਵਿੱਚ ਹੁੰਦਾ ਹੈ ਉਹ ਸਾਰਾ ਮੇਰੇ ਨਾਂ ਉੱਪਰ ਲਗਾ ਦਿੱਤਾ ਜਾਂਦਾ ਹੈ, ਅਸਲ ਦੇ ਵਿੱਚ ਸਾਰਾ ਕੁਝ ਮੈਂ ਨਹੀਂ ਕਰਦਾ। ਤੇ ਉਸਨੇ ਇਹ ਵੀ ਕਿਹਾ ਸੀ ਕਿ ਉਸਨੇ ਹਾਥੀਆਂ ਨੂੰ ਮਾਰਨਾ ਬਹੁਤ ਟਾਈਮ ਪਹਿਲਾਂ ਹੀ ਛੱਡ ਦਿੱਤਾ ਸੀ। ਬਰੱਪਨ ਬਾਰੇ ਇੱਕ ਸਟੋਰੀ ਤੁਹਾਨੂੰ ਹੋਰ ਵੀ ਦੱਸਦੇ ਹਾਂ। ਜਦੋਂ ਕੰਨੜ ਫਿਲਮਾਂ ਦੇ ਸੁਪਰਸਟਾਰ ਰਾਜਕੁਮਾਰ ਨੂੰ ਬਰੱਪਨ ਨੇ ਅਗਵਾ ਕਰ ਲਿਆ ਸੀ, ਇਸ ਦੇ ਪਿੱਛੇ ਇੱਕ ਇਹ ਵੀ ਕਾਰਨ ਸੀ ਕਿਉਂਕਿ ਬਰੱਪਨ ਦਾ ਜਨਮ ਕਰਨਾਟਕਾ ਦਾ ਸੀ ਤੇ ਰਾਜਕੁਮਾਰ ਦਾ ਜਨਮ ਤਾਮਿਲਨਾਡੂ ਦਾ ਸੀ ਤੇ ਕਰਨਾਟਕਾ ਤੇ ਤਾਮਿਲਨਾਡੂ ਦੇ ਵਿੱਚ ਕਾਵੇਰੀ ਨਦੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਤੇ ਉਸਨੇ ਰਾਜਕੁਮਾਰ ਨੂੰ ਇਸ ਲਈ ਅਗਵਾ ਕੀਤਾ ਤਾਂ ਕਿ ਪਾਣੀ ਦੇ ਮੁੱਦੇ ਤੇ ਗੱਲਬਾਤ ਕੀਤੀ ਜਾ ਸਕੇ। ਇਹ ਉਹੀ ਕਾਵੇਰੀ ਵਿਵਾਦ ਹੈ ਜੋ ਕਿ ਅੱਜ ਵੀ ਚੱਲ ਰਿਹਾ ਹੈ। ਬਰੱਪਨ ਨੇ ਰਾਜਕੁਮਾਰ ਨੂੰ ਅਗਵਾ ਦੇ ਬਦਲੇ 50 ਕਰੋੜ ਦੀ ਫਰੌਤੀ ਅਤੇ ਸਰਹੱਦੀ ਇਲਾਕਿਆਂ ਲਈ ਵੈਲਫੇਅਰ ਸਕੀਮ ਮੰਗੀ ਸੀ। ਬਰੱਪਨ ਦਾ ਆਪਣੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਦਾ ਇਹ ਇੱਕ ਨਵਾਂ ਸਟਾਈਲ ਸੀ। ਹਾਲਾਂਕਿ 109 ਦਿਨ ਆਪਣੇ ਕੋਲ ਰੱਖਣ ਤੋਂ ਬਾਅਦ ਉਸਨੇ ਕੰਨੜ ਦੇ ਸੁਪਰਸਟਾਰ ਰਾਜਕੁਮਾਰ ਨੂੰ ਛੱਡ ਦਿੱਤਾ। ਹੁਣ ਆਉਂਦੇ ਹਾਂ ਜੀ ਬਰੱਪਨ ਦੀ ਆਖਰੀ ਕਹਾਣੀ, ਜਾਣੀ ਕਿ ਉਸਦੀ ਐਨਕਾਊਂਟਰ ਦੇ ਕਹਾਣੀ ਤੇ, ਜੋ ਕਿ ਇੱਕ ਫਿਲਮੀ ਸਟਾਈਲ ਦੇ ਵਿੱਚ ਹੋਇਆ। ਸਾਲ 2002 ਦੇ ਵਿੱਚ ਬਰੱਪਨ ਨੇ ਕਰਨਾਟਕਾ ਸਰਕਾਰ ਦੇ ਸਾਬਕਾ ਮੰਤਰੀ ਨਾਗੱਪਾ ਨੂੰ ਪਹਿਲਾਂ ਅਗਵਾ ਕੀਤਾ ਤੇ ਉਸ ਤੋਂ ਬਾਅਦ ਮਾਰ ਦਿੱਤਾ। ਇਸ ਤੋਂ ਬਾਅਦ ਬਰੱਪਨ ਨੂੰ ਜਿੰਦਾ ਜਾਂ ਮੁਰਦਾ ਲੈ ਕੇ ਆਉਣ ਵਾਲੇ ਲਈ ਸਰਕਾਰ ਨੇ 5 ਕਰੋੜ ਦਾ ਇਨਾਮ ਰੱਖ ਦਿੱਤਾ। ਬਰੱਪਨ ਨੇ ਉਦੋਂ ਤੱਕ 184 ਲੋਕਾਂ ਨੂੰ ਮਾਰ ਦਿੱਤਾ ਸੀ, ਜਿਸ ਦੇ ਵਿੱਚ 97 ਲੋਕ ਸਿਰਫ ਪੁਲਿਸ ਦੇ ਸਨ। ਉਸ ਟਾਈਮ ਤੱਕ ਬਰੱਪਨ 10,000 ਟਨ ਚੰਦਨ ਦੀ ਲੱਕੜੀ ਨੂੰ ਵੱਢ ਕੇ ਵੇਚ ਚੁੱਕਿਆ ਸੀ, ਜਿਸ ਦੀ ਕੀਮਤ 2 ਅਰਬ ਰੁਪਏ ਸੀ ਤੇ ਬਰੱਪਨ ਨੂੰ ਮਾਰਨ ਦੇ ਲਈ ਜਿਹੜੀ ਟਾਸਕ ਫੋਰਸ ਹੁਣ ਤਿਆਰ ਕੀਤੀ ਗਈ ਸੀ ਉਸ ਦੇ ਉੱਪਰ ਵੀ ਸਰਕਾਰ ਦੇ 100 ਕਰੋੜ ਖਰਚਾ ਆ ਗਏ ਸਨ। ਬਰੱਪਨ ਨੂੰ ਆਪਣੀਆਂ ਸੰਘਣੀਆਂ ਮੁੱਛਾਂ ਬਹੁਤ ਪਸੰਦ ਸਨ ਤੇ ਉਹ ਹਿੰਦੂ ਦੇਵੀ ਕਾਲੀ ਦਾ ਬਹੁਤ ਵੱਡਾ ਭਗਤ ਸੀ। ਸਾਲ 2003 ਦੇ ਵਿੱਚ ਜਦੋਂ ਵਿਜੇ ਕੁਮਾਰ STF ਦੇ ਚੀਫ ਬਣੇ ਤਾਂ ਬਰੱਪਨ ਦਾ ਗੈਂਗ ਉਸ ਟਾਈਮ ਤੱਕ ਢਿੱਲਾ ਪੈ ਗਿਆ ਸੀ। ਵਿਜੇ ਕੁਮਾਰ ਲਈ ਬਰੱਪਨ ਕੋਈ ਨਵਾਂ ਨਾਮ ਨਹੀਂ ਸੀ ਕਿਉਂਕਿ 1993 ਦੇ ਵਿੱਚ ਵੀ ਉਸਨੇ ਬਰੱਪਨ ਨੂੰ ਫੜਨ ਲਈ ਕਾਫੀ ਮਿਹਨਤ ਕੀਤੀ ਸੀ, ਪਰ ਹੁਣ ਸਾਲ 2003 ਸੀ ਕਿਉਂਕਿ ਇਸ ਦੇ ਵਿੱਚ ਬਰੱਪਨ ਦੇ ਗੈਂਗ ਦੇ ਮੈਂਬਰ ਘਟਣ ਲੱਗੇ ਸਨ ਤੇ ਇਸ ਗੱਲ ਦਾ ਵਿਜੇ ਅਫਸਰ ਨੂੰ ਪਤਾ ਸੀ। ਹੁਣ ਆ ਗਿਆ ਜੀ ਸਾਲ 2004 ਤੇ 18 ਅਕਤੂਬਰ ਦਾ ਦਿਨ। ਉਸ ਦਿਨ ਬਰੱਪਨ ਆਪਣੀ ਅੱਖ ਦਾ ਇਲਾਜ ਕਰਾਉਣ ਲਈ ਨਿਕਲਿਆ। ਜੰਗਲ 'ਚ ਜਦੋਂ ਉਹ ਬਾਹਰ ਨਿਕਲਿਆ ਤਾਂ ਉਸਨੇ ਪਪੀਆ ਪੱਟੀ ਨਾਮ ਦੇ ਇੱਕ ਪਿੰਡ ਦੇ ਵਿੱਚੋਂ ਐਂਬੂਲੈਂਸ ਲਈ, ਪਰ ਉਹ ਐਂਬੂਲੈਂਸ ਪੁਲਿਸ ਦੀ ਸੀ ਜਿਸ ਨੂੰ ਪੁਲਿਸ ਅਫਸਰ ਵਿਜੇ ਕੁਮਾਰ ਦਾ ਹੀ ਇੱਕ ਆਦਮੀ ਚਲਾ ਰਿਹਾ ਸੀ, ਜਿਹੜਾ ਕਿ ਬਰੱਪਨ ਦੇ ਲੋਕਾਂ ਦੇ ਨਾਲ ਦੋਸਤੀ ਕਰ ਚੁੱਕਿਆ ਸੀ ਤੇ ਬਰੱਪਨ ਨੇ ਜਿਹੜੇ ਰਸਤੇ ਥਾਈ ਹਸਪਤਾਲ ਨੂੰ ਜਾਣਾ ਸੀ ਉਸ ਰਸਤੇ ਦੇ ਇੱਕ ਪੁਆਇੰਟ ਤੇ ਪੁਲਿਸ ਦੇ ਦੋਨੇ ਪਾਸੇ ਜਵਾਨ ਲੁਕੇ ਹੋਏ ਸਨ ਤੇ ਉਸ ਜਗ੍ਹਾ ਤੇ ਪਹੁੰਚ ਕੇ ਐਂਬੂਲੈਂਸ ਦੇ ਡਰਾਈਵਰ ਨੇ ਬ੍ਰੇਕਾਂ ਮਾਰੀਆਂ ਤੇ ਆਪ ਭੱਜ ਕੇ ਨਿਕਲ ਗਿਆ ਤੇ ਪੁਲਿਸ ਨੇ ਫਾਇਰਿੰਗ ਸਟਾਰਟ ਕਰ ਦਿੱਤੀ ਤੇ ਉਸ ਦੇ ਵਿੱਚ ਬਰੱਪਨ ਮਾਰਿਆ ਗਿਆ। ਇਹ ਵੀ ਕਿਹਾ ਜਾਂਦਾ ਹੈ ਕਿ ਬਰੱਪਨ ਨੂੰ ਪੁਲਿਸ ਨੇ ਜਿਉਂਦਾ ਫੜਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਉਹ ਉਸ ਨੂੰ ਮਾਰਨਾ ਹੀ ਚਾਹੁੰਦੇ ਸਨ, ਪਰ ਪੁਲਿਸ ਰਿਪੋਰਟ ਇਹ ਕਹਿੰਦੀ ਹੈ ਕਿ ਅਸੀਂ ਉਸ ਨੂੰ ਵਾਰਨਿੰਗ ਦਿੱਤੀ ਤੇ ਉਸਨੇ ਸਾਡੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਵਾਬੀ ਕਾਰਵਾਈ ਦੇ ਵਿੱਚ ਬਰੱਪਨ ਮਾਰਿਆ ਗਿਆ। ਤਾਮਿਲਨਾਡੂ ਟਾਸਕ ਫੋਰਸ ਇਸ ਆਪਰੇਸ਼ਨ ਦੇ ਉੱਪਰ ਕਈ ਮਹੀਨਿਆਂ ਤੋਂ ਕੰਮ ਕਰ ਰਹੀ ਸੀ। ਇਸ ਆਪਰੇਸ਼ਨ ਦਾ ਨਾਮ ਸੀਗਾ ਕੋਕੂਨ ਆਪਰੇਸ਼ਨ। ਬਰੱਪਨ ਦੀ ਮੌਤ ਤੋਂ ਬਾਅਦ ਉਸਦੇ ਪਿੰਡ ਨੂੰ ਕਰਨਾਟਕਾ ਸਰਕਾਰ ਨੇ ਈਕੋ ਟੂਰਿਜ਼ਮ ਦੇ ਲਈ ਰਿਜ਼ਰਵ ਕਰ ਦਿੱਤਾ। ਬਰੱਪਨ ਦਾ ਅੰਤਮ ਸੰਸਕਾਰ ਤਾਮਿਲਨਾਡੂ ਦੇ ਮਨਾਕੜਾ ਪਿੰਡ 'ਚ ਕੀਤਾ ਗਿਆ, ਜਿੱਥੇ ਉਸਦੇ ਪਰਿਵਾਰ ਦੇ ਮੈਂਬਰ ਅਤੇ ਕੁਝ ਰਿਸ਼ਤੇਦਾਰ ਰਹਿੰਦੇ ਸਨ। ਪੁਲਿਸ ਨੇ ਪਹਿਲਾਂ ਬਰੱਪਨ ਦਾ ਹਿੰਦੂ ਰੀਤੀ ਰਿਵਾਜਾਂ ਦੇ ਨਾਲ ਸੰਸਕਾਰ ਕਰਨਾ ਚਾਹਿਆ, ਪਰ ਪਰਿਵਾਰ ਦੇ ਦਬਾਅ ਦੇ ਕਾਰਨ ਬਰੱਪਨ ਦੀ ਲਾਸ਼ ਨੂੰ ਦਫਨਾਇਆ ਗਿਆ। ਬਰੱਪਨ ਦੀ ਜ਼ਿੰਦਗੀ ਦੇ ਉੱਪਰ ਹੁਣ ਤੱਕ ਕਈ ਫਿਲਮਾਂ ਤੇ ਡਾਕੂਮੈਂਟਰੀ ਫਿਲਮਾਂ ਬਣ ਚੁੱਕੀਆਂ ਨੇ। ਬਰੱਪਨ ਦੀ ਕਹਾਣੀ ਉਦੋਂ ਤੱਕ ਅਧੂਰੀ ਰਹੇਗੀ ਜਦੋਂ ਤੱਕ ਉਸ ਦੀ ਕਹਾਣੀ ਆਪਾਂ ਉਸ ਦੀ ਵਾਈਫ ਤੋਂ ਨਹੀਂ ਸੁਣਦੇ। ਉਸ ਦੀ ਵਾਈਫ ਦਾ ਕਹਿਣਾ ਹੈ ਕਿ ਉਹ ਬਰੱਪਨ ਦੀਆਂ ਵੱਡੀਆਂ ਮੁੱਛਾਂ ਤੇ ਉਸ ਦੀ ਬਦਨਾਮੀ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਨਾਲ ਉਸਨੇ ਵਿਆਹ ਕੀਤਾ ਸੀ। ਉਸਨੇ ਦੱਸਿਆ ਕਿ 11 ਸਾਲ ਦੀ ਉਮਰ ਦੇ ਵਿੱਚ ਬਰੱਪਨ ਨੂੰ ਇੱਕ ਚੈਨ ਦੇ ਨਾਲ ਬੰਨ੍ਹ ਕੇ ਕੁੱਟਿਆ ਗਿਆ ਸੀ ਕਿਉਂਕਿ ਕਿਸੇ ਨੇ ਹਾਥੀ ਦੰਦ ਚੋਰੀ ਕਰ ਲਿਆ ਸੀ ਤੇ ਉਸ ਦਾ ਇਲਜ਼ਾਮ ਬਰੱਪਨ ਦੇ ਉੱਤੇ ਆ ਗਿਆ ਸੀ ਤੇ ਇਸ ਤਸੀਹੇ ਤੋਂ ਬਾਅਦ ਹੀ ਬਰੱਪਨ ਪੂਰੀ ਤਰ੍ਹਾਂ ਨਾਲ ਬਦਲ ਗਿਆ। ਬਰੱਪਨ ਦੀ ਪਤਨੀ ਮਧੂ ਲక్ష్ਮੀ ਨੇ ਬਰੱਪਨ ਨਾਲ ਵਿਆਹ ਕਰਨ ਤੋਂ ਬਾਅਦ ਇੱਕ ਪਿੰਡ ਦੇ ਵਿੱਚ ਛੋਟੀ ਜਿਹੀ ਗਰੋਸਰੀ ਦੀ ਦੁਕਾਨ ਖੋਲ੍ਹ ਲਈ ਅਤੇ ਕਦੇ ਵੀ ਇਹ ਦਿਖਾਵਾ ਨਹੀਂ ਕੀਤਾ ਜਾਂ ਸ਼ੋਅ ਨਹੀਂ ਹੋਣ ਦਿੱਤਾ ਕਿ ਉਸ ਦੇ ਕੋਲ ਕਰੋੜਾਂ ਰੁਪਈਆ ਹੈ ਤੇ ਉਸ ਦੀ ਬੇਟੀ ਵਿਦਿਆ ਰਾਣੀ ਵੀ ਆਮ ਬੱਚਿਆਂ ਦੀ ਤਰ੍ਹਾਂ ਹੀ ਰਹਿੰਦੀ ਸੀ। ਬਰੱਪਨ ਦੀ ਹੱਤਿਆ ਤੋਂ ਬਾਅਦ ਉਸ ਦੀ ਪਤਨੀ ਨੇ ਦੱਸਿਆ ਕਿ ਬਰੱਪਨ ਬਹੁਤ ਵਧੀਆ ਪਿਤਾ ਅਤੇ ਪਤੀ ਸਨ ਤੇ ਉਹਨਾਂ ਨੇ ਕਦੇ ਵੀ ਮੈਨੂੰ ਜੰਗਲ ਆਉਣ ਲਈ ਨਹੀਂ ਕਿਹਾ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੀ ਬੱਚਿਆਂ ਦੀ ਪਰਵਰਿਸ਼ ਤੇ ਕੋਈ ਬੁਰਾ ਅਸਰ ਪਵੇ। ਇਹ ਸਨ ਜੀ ਬਰੱਪਨ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਕੁਝ ਤੱਥ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ ਫੇਸਬੁੱਕ ਪੇਜ ਜੋ ਟੀਵੀ ਨੂੰ ਜਰੂਰ ਫੋਲੋ ਕਰਨਾ। ਧੰਨਵਾਦ।